ਲਾਲਚ ਕਰਕੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ। ਚੰਗਾ ਭਲਾ ਕੰਮ ਸੈੱਟ ਆਇਆ, ਬੜਾ ਖੁਸ਼ ਆਇਆ। 7 ਸਾਲ ਹੋ ਗਏ ਸੀ ਉਸ ਮਾਲਕ ਕੋਲ ਕੰਮ ਕਰਦਿਆਂ। ਮਾਲਕ ਬੜਾ ਹੀ ਉਹਨੂੰ ਪਸੰਦ ਕਰਦਾ ਸੀ। ਉਹਨੂੰ ਗੱਡੀ ਦਿੱਤੀ ਸੀ ਕੰਪਨੀ ਦੀ। ਜਿਸ ਵੇਲੇ ਦਿਲ ਕਰਦਾ ਸੀ ਆਪਣੇ ਓਵਰ ਟਾਈਮ ਲਾ ਲੈਂਦਾ ਸੀ। ਜਿਸ ਵੇਲੇ ਦਿਲ ਕਰਦਾ ਉਹਨੂੰ ਆਦਾ ਮੈਨੂੰ ਪੈਸੇ ਦੇ, ਹੋਰ ਛੱਡ ਕੇ ਆਪਣੀ ਫੈਮਿਲੀ ਮੰਗਾਣੀ ਸੀ। ਫਿਰ ਵੀ ਜਿਹੜਾ ਮਾਲਕ ਨੇ ਜਿਹੜਾ ਉਹਨੂੰ ਮਕਾਨ ਲੈ ਕੇ ਦਿੱਤਾ ਤਾਂ ਕਿ ਤੂੰ ਆਪਣੀ ਫੈਮਿਲੀ ਮੰਗਾ ਲੈ। ਤੇ ਜਵਾਨ ਬੜਾ ਖੁਸ਼ ਆ ਕਿ ਚਲੋ ਮੇਰਾ ਕੰਮ ਜਿਹੜਾ ਸੈੱਟ ਹੈ। ਉਂਝ ਪੈਸੇ ਥੋੜੇ ਲੱਭਦੇ ਸੀ, ਇਹ ਉਹਨੂੰ ਪਤਾ ਸੀ ਕਿ ਮਾਲਕ ਜਿਹੜਾ ਮੇਰੇ ਕੋਲੋਂ ਜ਼ਿਆਦਾ ਪੈਸੇ ਕਮਾਉਂਦਾ ਹੈ। ਲੇਕਿਨ ਉਹ ਜਿਹੜਾ ਚੁੱਪ ਕਰਕੇ ਕੰਮ ਲੱਗਾ ਰਿਹਾ। ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮਾਲਕ ਨੇ ਜਿਹੜਾ ਇਹਨੂੰ ਇੱਕ ਜਗ੍ਹਾ ਤੇ ਕੰਮ ਤੇ ਛੱਡਿਆ ਸੀ। ਕਹਿੰਦਾ ਤੀਸਰੇ ਫਲੋਰ ਤੇ ਮੈਂ ਕੰਮ ਲੱਗਿਆ ਸਾਂ ਤੇ ਸਾਹਮਣੇ ਘਰ ਇੱਕ ਮਾਈ ਰਹਿੰਦੀ ਸੀ। ਇੱਕ ਦੋ ਵਾਰੀ ਕਹਿੰਦਾ ਮੈਨੂੰ ਮਿਲੀ ਸੀ, ਸਿਰਫ ਮੇਰੀ ਉਹਦੇ ਨਾਲ ਹੈਲੋ ਹਾਏ ਹੋਈ ਸੀ। ਉਸ ਤੋਂ ਬਾਅਦ ਮੈਂ ਸਾਹਮਣੇ ਘਰ ਕੰਮ ਲੱਗਿਆ ਸਾਂ। ਮਾਈ ਵੀ ਬੜੀ ਖੁਸ਼ ਹੋਈ। ਕਹਿੰਦਾ ਅਚਾਨਕ ਉਹ ਮਾਈ ਸਾਹਮਣੇ ਜਿਹੜੀ ਹੈ ਨਾ ਉਹਦੇ ਕੋਲ ਆ ਗਈ। ਆ ਕੇ ਆਦੀ ਹੈ ਕਿ ਤੂੰ ਘਰ ਦਾ ਕੰਮ ਕਰਵਾਉਣ ਲੱਗੀ ਹੈ। ਕਹਿੰਦੀ ਹੈ ਬਿਲਕੁਲ ਮੈਂ ਘਰ ਦਾ ਕੰਮ ਕਰਵਾਉਣ ਲੱਗੀ ਹਾਂ। ਕਹਿੰਦਾ ਨੇ ਘਰ ਦਾ ਕੰਮ ਤਾਂ ਕਿਹਾ? ਉਹਨੇ ਆਖਿਆ ਬਹੁਤ ਸੋਹਣਾ ਕੰਮ ਕਰਦਾ ਹੈ। ਕਹਿੰਦਾ ਆਂਦੀ ਹੈ ਕਿ ਵਾਕਈ ਜਿਹੜਾ ਇਹਦੇ ਕੰਮ 'ਚ ਮੈਨੂੰ ਨਜ਼ਰ ਆਉਂਦਾ ਪਿਆ ਕਿਤਨੀ ਸਫਾਈ ਹੈ। ਕਹਿੰਦਾ ਉਹਦੇ ਘਰ 'ਚ ਮੈਂ ਲੱਕੜ ਦਾ ਕੰਮ ਕੀਤਾ ਸੀ। ਅੱਗੋਂ ਮਾਈ ਆਖਦੀ ਹੈ ਕਿ ਮੈਂ ਵੀ ਆਪਣੇ ਘਰ ਦਾ ਕੰਮ ਕਰਵਾਉਣਾ ਹੈ। ਕਹਿੰਦਾ ਮੈਂ ਕਿਹਾ ਕੋਈ ਨਹੀਂ ਮਸਲਾ ਅਸੀਂ ਕਰ ਦਿਆਂਗੇ। ਕਹਿੰਦਾ ਮੈਨੂੰ ਆਂਦੀ ਹੈ ਮਾਈ ਕਿ ਆ ਕੇ ਤੱਕ ਸਕਨੇ। ਕਹਿੰਦਾ ਮੈਂ ਉਹਦਾ ਕੰਮ ਛੱਡਿਆ ਤੇ ਉਸ ਮਾਈ ਦੇ ਘਰ ਸਾਹਮਣੇ ਬਿਲਕੁਲ ਘਰ ਸੀ। ਕਹਿੰਦਾ ਮੈਂ ਉਹਦੇ ਘਰ ਵੜ ਗਿਆ। ਕਹਿੰਦਾ ਜਿਸ ਵੇਲੇ ਉਹਦੇ ਘਰ ਵੜਿਆ ਜਾ ਕੇ ਮੈਂ ਦੱਸਿਆ ਇਸ ਤਰ੍ਹਾਂ ਕਿ ਕਿਚਨ 'ਚ ਇਹ ਕੰਮ ਹੋਵੇਗਾ, ਦਰਾਜ਼ ਵਗੈਰਾ ਇੱਥੇ ਲੱਗਣਗੇ। ਉਹ ਮਾਈ ਕਹਿੰਦੀ ਹੈ ਬਿਲਕੁਲ ਠੀਕ ਹੈ, ਮੈਂ ਜਿਹੜਾ ਨਾ ਕੰਮ ਇਹ ਕਰਵਾਉਣਾ ਹੈ। ਕਹਿੰਦਾ ਬਹਰਹਾਲ ਉਹਨੇ ਆਰਡਰ ਵਗੈਰਾ ਕੀਤੇ ਦਰਾਜ਼ ਜਿਹੜੇ ਕਿਚਨ ਦੇ। ਉਸ ਤੋਂ ਬਾਅਦ ਮੈਨੂੰ ਦੱਸਿਆ ਕਿ ਜਿਹੜਾ ਫਰਸ਼ ਹੈ ਉਹ ਮੈਂ ਆਪੇ ਖਰੀਦ ਕੇ ਲੈ ਆਵਾਂਗਾ। ਉਹ ਮਾਈ ਕਹਿੰਦਾ ਬੜੀ ਖੁਸ਼ ਹੋਈ। ਉਹਨੇ ਪਹਿਲਾਂ ਆਖਿਆ ਕਿ ਮੈਂ ਤੇਰੇ ਮਾਲਕ ਨਾਲ ਗੱਲ ਕਰਾਂ। ਉਹਨੇ ਆਖਿਆ ਨਹੀਂ ਮੈਂ ਤੈਨੂੰ ਆਪੋ ਹੀ ਕਰ ਦਿਆਂਗਾ। ਕਹਿੰਦਾ ਮੈਂ ਉਹਨੂੰ ਪੈਸੇ ਦੱਸੇ। ਮਾਈ ਬੜੀ ਖੁਸ਼ ਹੋਈ। ਉਹਨੇ ਆਖਿਆ ਠੀਕ ਹੈ ਤੂੰ ਹੀ ਕਰ ਦੇਈਂ। ਕਹਿੰਦਾ ਬਹਰਹਾਲ ਉਹਨੇ ਆਰਡਰ ਕਰ ਦਿੱਤਾ ਕਿਚਨ। ਉਸ ਤੋਂ ਬਾਅਦ ਫਰਸ਼ ਵਗੈਰਾ ਕਹਿੰਦਾ ਮੈਂ ਲੈ ਆਂਦਾ। ਕਹਿੰਦਾ ਫਰਸ਼ ਜਿਹੜਾ ਮੈਂ ਪਹਿਲਾਂ ਲਾ ਦਿੱਤੇ ਆ ਸੀ। ਕਹਿੰਦਾ ਉਸ ਤੋਂ ਬਾਅਦ ਸਾਹਮਣੇ ਘਰ ਆਈਏ ਮੇਰਾ ਕੰਮ ਰਹਿੰਦਾ ਸੀ। ਉਹ ਮਾਲਕ ਦਾ ਕਾਫੀ ਵੱਡਾ ਕੰਮ ਸੀ। ਕਹਿੰਦਾ ਜਿਸ ਵੇਲੇ ਉਹਦਾ ਮੈਂ ਕਿਚਨ ਲਾਣਾ ਸ਼ੁਰੂ ਕੀਤਾ ਉਹ ਕਿਚਨ ਆ ਗਿਆ ਸੀ। ਕਹਿੰਦਾ ਉਹਦਾ ਇੱਕ ਦਰਾਜ਼ ਜਿਹੜਾ ਨਾ ਉਹ ਟੁੱਟ ਗਿਆ ਮੇਰੇ ਕੋਲੋਂ। ਕਹਿੰਦਾ ਜਿਸ ਵੇਲੇ ਟੁੱਟਿਆ ਨਾ ਉਹਦਾ ਜਿਹੜਾ ਕੁੰਡਾ ਜਿਹੜਾ ਨਾ ਉਹ ਨਾਲੂ ਲੈ ਗਿਆ ਤੇ ਦਰਾਜ਼ ਬੜੇ ਮਹਿੰਗੇ ਸੀ। ਕਹਿੰਦਾ ਮਾਈ ਨੇ ਤੱਕ ਲਿਆ ਕਿ ਦਰਾਜ਼ ਟੁੱਟੇ ਆ। ਕਹਿੰਦਾ ਅਗਰ ਉਹ ਨਾ ਤੱਕਦੀ ਨਾ ਤੇ ਮੈਂ ਉਹਨੂੰ ਕੋਈ ਟੁੱਚ ਟੱਚ ਲਾ ਕੇ ਨਾ ਤੇ ਠੀਕ ਕਰ ਦੇਣਾ ਸੀ। ਲੇਕਿਨ ਕਹਿੰਦਾ ਉਹਨੇ ਹੁਣ ਤੱਕ ਲਿਆ ਸੀ। ਉਹ ਮੇਰੇ ਸਿਰ ਤੇ ਖਲੋ ਰਹੀ, ਉਹ ਪਿਛਾ ਨਹੀਂ ਸੀ ਹੁੰਦੀ ਪਈ। ਮੈਨੂੰ ਕਹਿੰਦੀ ਹੈ ਕਿ ਇਹਦਾ ਕੀ ਬਣੇਗਾ। ਕਹਿੰਦਾ ਮੈਂ ਕਿਹਾ ਕੋਈ ਨਹੀਂ ਮਸਲਾ, ਮੈਂ ਇਹਨੂੰ ਠੀਕ ਕਰ ਲਵਾਂਦੀ ਹੈ। ਨਹੀਂ ਮੈਂ ਠੀਕ ਨਹੀਂ ਕਰਾਉਣਾ, ਮੈਂ ਨਵਾਂ ਬਿਲਕੁਲ ਜਿਸ ਤਰ੍ਹਾਂ ਮੰਗਾਇਆ ਮੈਨੂੰ ਉਸ ਤਰ੍ਹਾਂ ਹੀ ਚਾਹੀਦਾ। ਕਹਿੰਦਾ ਮੈਂ ਕਿਹਾ ਉਸੇ ਤਰ੍ਹਾਂ ਤੈਨੂੰ ਕਰਕੇ ਦਿਆਂਗਾ, ਤੂੰ ਪਰੇਸ਼ਾਨ ਨਾ ਹੋ। ਕਹਿੰਦਾ ਲੇਕਿਨ ਮਾਈ ਜਿਹੜੀ ਆ ਉਹ ਪਿਛਾ ਹੋ ਕੇ ਰਾਜ਼ੀ ਨਹੀਂ ਸੀ। ਕਹਿੰਦਾ ਮੈਂ ਇੰਜ ਕੀਤਾ ਥੋੜੀ ਜਿਹੀ ਗਲੂ ਲਈ ਤੇ ਮੈਂ ਉਹਨੂੰ ਸੈੱਟ ਕਰਨਾ ਸ਼ੁਰੂ ਕਰਦਾ। ਹੁਣ ਮੈਂ ਥੋੜਾ ਸੁੱਕਦਾ ਤੇ ਇਹਨੂੰ ਰਗੜ ਲੈਣਾ। ਕਹਿੰਦਾ ਜੋ ਹੀ ਮਾਈ ਸਿਰ ਤੇ ਆਈ ਉਹਨੇ ਆਖਿਆ ਇਹਨੂੰ ਕੀ ਕੀਤੇ ਹੀ? ਕਹਿੰਦੇ ਨਹੀਂ ਉਹ ਆਂਦੀ ਹੈ ਕਿ ਮੈਂ ਇਹ ਐਕਸੈਪਟ ਨਹੀਂ ਕਰਨਾ, ਮੈਨੂੰ ਜਿਹੜਾ ਨਾ ਇਹ ਨਵਾਂ ਦਰਾਜ਼ ਚਾਹੀਦਾ। ਕਹਿੰਦਾ ਮੈਂ ਕਿਹਾ ਚੱਲ ਨਵਾਂ ਤੂੰ ਆਰਡਰ ਕਰ ਲੈ। ਕਹਿੰਦੀ ਹੈ ਜਿਸ ਵੇਲੇ ਉਹਨੇ ਨਵੇਂ ਦਾ ਪਤਾ ਕੀਤਾ ਤੇ ਉਹ ਜਿਹੜਾ ਪੂਰਾ ਦਰਾਜ਼ ਆਉਂਦਾ ਸੀ, ਹਾਲੀ ਉਹ ਦਰਵਾਜ਼ਾ ਨਹੀਂ ਸੀ ਆਉਂਦਾ। ਕਹਿੰਦਾ ਨੇ ਮੈਨੂੰ ਦੱਸਿਆ ਕਿ ਇਤਨੇ ਪੈਸਿਆਂ ਦਾ ਲੱਭਦਾ ਤੇ ਉਹ ਵੀ ਕਹਿੰਦੇ 6 ਮਹੀਨੇ ਲੱਗ ਜਾਣਗੇ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ। ਮਾਈ ਨੇ ਆਖਿਆ ਕਿ ਨਹੀਂ ਤੂੰ ਪੂਰਾ ਕਿਚਨ ਜਿਹੜਾ ਨਾ ਇਹ ਚੁੱਕ ਕੇ ਲੈ ਜਾ ਤੇ ਮੈਨੂੰ ਉਹਦੇ ਪੈਸੇ ਦੇ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ ਸਾਂ। ਮੈਂ ਉਹਦੀਆਂ ਮਿੰਨਤਾਂ ਕਰਨ ਲੱਗ ਪਿਆ ਕਿ ਕੋਈ ਮਸਲਾ ਨਹੀਂ, ਜੇ ਤੇਰਾ ਕਦੇ ਵੀ ਇਹ ਦਰਾਜ਼ ਟੁੱਟਿਆ ਤੇ ਮੈਂ ਤੈਨੂੰ ਸਹੀ ਕਰਕੇ ਦਿਆਂਗਾ। ਲੇਕਿਨ ਕਹਿੰਦਾ ਉਹ ਗੱਲ ਮੰਨਣ ਨੂੰ ਰਾਜ਼ੀ ਨਹੀਂ ਸੀ। ਕਹਿੰਦਾ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਕਿਸਮਤ ਖਰਾਬ ਹੈ। ਕਹਿੰਦਾ ਇਤਨੀ ਦੇਰ ਨੂੰ ਜਿਹੜਾ ਮੇਰਾ ਮਾਲਕ ਹੈ ਉਹ ਕਦੇ ਵੀ ਨਹੀਂ ਸੀ ਆਇਆ ਕੰਮ ਤੇ। ਉਹ ਬਾਰੋ ਬਾਰ ਮੈਨੂੰ ਆਖਦਾ ਸੀ ਮੈਂ ਕੰਮ ਕਰ ਆਉਂਦਾ ਸੀ। ਕਹਿੰਦਾ ਅਚਾਨਕ ਜਿਹੜਾ ਅਸੀਂ ਉਹਦਾ ਕੰਮ ਕਰ ਰਹੇ ਸਾਂ ਸਾਹਮਣੇ ਕਾਰ 'ਚ ਉੱਥੇ ਮਾਲਕ ਆ ਗਿਆ। ਕਹਿੰਦਾ ਉਹ ਮਾਈ ਕੋਲ ਜਿਸ ਵੇਲੇ ਆਇਆ ਆ ਕੇ ਗੱਪ ਲਾਉਣ ਲੱਗ ਪਿਆ। ਕਹਿੰਦਾ ਨਾਲ ਹੀ ਜਿਹੜਾ ਨਾ ਉਹ ਮਾਈ ਲੈ ਕੇ ਉਹਨੂੰ ਬਾਹਰ ਨਿਕਲ ਆਈ। ਕਹਿੰਦਾ ਮੈਂ ਜੋ ਹੀ ਦਰਵਾਜ਼ਾ ਖੋਲ੍ਹਿਆ ਤੇ ਨਾਲ ਹੀ ਜਿਹੜਾ ਨਾ ਉਹ ਮਾਲਕ ਨੇ ਮੈਨੂੰ ਤੱਕ ਲਿਆ। ਮੈਨੂੰ ਤੱਕ ਕੇ ਤੇ ਕਹਿੰਦਾ ਤੂੰ ਇੱਥੇ ਕੀ ਪਿਆ ਕਰਨੇ? ਕਹਿੰਦਾ ਮਾਈ ਨੇ ਆਖਿਆ ਕਿ ਇਹ ਇਸ ਘਰ ਦਾ ਕੰਮ ਕਰਕੇ ਪਿਆ ਦਿੰਦਾ। ਕਹਿੰਦਾ ਉਹਨੇ ਮੇਰੇ ਵੱਲ ਤੱਕਿਆ ਤੇ ਕੋਈ ਜ਼ਰਾ ਮਾਸਾ ਵੀ ਉਹਨੇ ਮਹਿਸੂਸ ਕੋ ਨਾ ਕਰਾਇਆ। ਕਹਿੰਦਾ ਅੰਦਰ ਵੜ ਕੇ ਉਹਨੇ ਤੱਕਿਆ ਕਿ ਕੀ ਕੰਮ ਕੀਤਾ, ਕਿਚਨ ਫਿੱਟ ਹੋਇਆ। ਕਹਿੰਦਾ ਜਿਹੜੀ ਮਾਈ ਦਾ ਮੈਂ ਕੰਮ ਪਿਆ ਕਰਦਾ ਸਾਂ ਉਹ ਅੱਗੋਂ ਦੱਸਣ ਲੱਗ ਪਈ ਕਿ ਇਹਨੇ ਮੇਰਾ ਦਰਾਜ਼ ਜਿਹੜਾ ਉਹ ਖਰਾਬ ਕਰ ਦਿੱਤਾ ਤੇ ਮੈਂ ਇਹਨੂੰ ਆਖਿਆ ਕਿ ਇਹ ਕਿਚਨ ਹੁਣ ਨਹੀਂ ਲੱਭਣ ਲੱਗਾ 6 ਮਹੀਨੇ ਤੱਕ। ਇਸ ਵਾਸਤੇ ਤੂੰ ਕਿਚਨ ਹੈ ਇਹ ਲੈ
ਲੈ ਜਾ, ਮਿਹਰਬਾਨੀ ਕਰਕੇ ਮੈਂ ਕੋਈ ਹੋਰ ਆਰਡਰ ਕਰ ਦਿਆਂਗੀ, ਮੈਨੂੰ ਇਹ ਕਿਚਨ ਨਹੀਂ ਚਾਹੀਦਾ, ਮੈਨੂੰ ਇਹਦੇ ਪੈਸੇ ਦੇ। ਕਹਿੰਦਾ ਮਾਲਕ ਜਿਹੜਾ ਉਹਦੇ ਨਾਲ ਗੱਲਬਾਤ ਕਰਕੇ ਨਾ ਤੇ ਕਹਿੰਦਾ ਮੈਨੂੰ ਕੁਝ ਵੀ ਨਹੀਂ ਸਾਖਿਆ ਤੇ ਹੱਸ ਕੇ ਜਿਹੜਾ ਨਾ ਉਹ ਟੁਰ ਗਿਆ ਉੱਥੋਂ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਲੇਕਿਨ ਕਹਿੰਦਾ ਮੈਨੂੰ ਉਹਨੇ ਕੋਈ ਗੱਲ ਮਹਿਸੂਸ ਨਹੀਂ ਕਰਾਈ। ਕਹਿੰਦਾ ਸਾਹਮਣੇ ਘਰ ਮੈਂ ਕੰਮ ਲੱਗਿਆ ਸਾਂ, ਪੂਰਾ ਹਫਤਾ ਮੈਂ ਉੱਥੇ ਕੰਮ ਲੱਗਾ ਰਿਹਾ, ਉਹਨੇ ਮੈਨੂੰ ਕਾਲ ਨਹੀਂ ਕੀਤੀ, ਮੈਸੇਜ ਨਹੀਂ ਕੀਤਾ, ਨਾ ਹੀ ਮੈਨੂੰ ਪੁੱਛਿਆ ਕਿ ਕੰਮ ਮੁੱਕ ਗਿਆ ਜਾਂ ਨਹੀਂ ਮੁੱਕਿਆ। ਕਹਿੰਦਾ ਮੈਂ ਘਰ ਜਿਸ ਵੇਲੇ ਆਉਂਦਾ ਸਾਂ ਮੇਰੇ ਦਿਲ 'ਚ ਜਿਹੜਾ ਨਾ ਐਵੇਂ ਹਫਕੀ ਕਾਲੀ ਹੋ ਰਹੀ ਸੀ ਕਿ ਕੀ ਗੱਲ ਹੈ, ਹੁਣ ਮੇਰੇ ਨਾਲ ਰਾਬਤਾ ਨਹੀਂ ਕਰ ਰਿਹਾ, ਨਹੀਂ ਤਾਂ ਰੋਜ਼ਾਨਾ ਮੇਰੇ ਕੋਲ ਪੁੱਛਦਾ ਕਿ ਕੰਮ ਕਿੱਥੇ ਪਹੁੰਚਿਆ। ਕਹਿੰਦਾ ਘਰ ਆ ਕੇ ਮੈਂ ਜ਼ਨਾਨੀ ਨੂੰ ਵੀ ਇਹੀ ਗੱਲ ਆਖੀ ਕਿ ਇਸ ਤਰ੍ਹਾਂ ਜਿਹੜਾ ਹੁਣ ਮੇਰੇ ਨਾਲ ਰਾਬਤਾ ਨਹੀਂ ਕਰਦਾ ਪਿਆ। ਬਹਰਹਾਲ ਕਹਿੰਦਾ ਉਹ ਮਾਈ ਆਂਦੀ ਆ ਕਿ ਜਿਸ ਤਰ੍ਹਾਂ ਵੀ ਹੈ ਨਾ ਮੈਨੂੰ ਇਹ ਕਿਚਨ ਜਿਹੜਾ ਨਾ ਉਹ ਤੂੰ ਫਿੱਟ ਕਰਾ ਕੇ ਦੇਣਾ। ਬਹਰਹਾਲ ਕਹਿੰਦਾ ਉਹਨੇ ਜਿਸ ਵੇਲੇ ਮੈਨੂੰ ਬਿੱਲ ਭੇਜਿਆ ਤੇ ਕਹਿੰਦਾ ਮੇਰੀ ਔਕਾਤ ਤੋਂ ਵੀ ਜ਼ਿਆਦਾ ਸੀ, ਮੈਂ 6 ਮਹੀਨੇ ਵੀ ਕੰਮ ਕਰਾਂ ਫਿਰ ਵੀ ਉਹ ਕਿਚਨ ਨਹੀਂ ਸੀ ਆਉਂਦਾ। ਕਹਿੰਦਾ ਮੈਂ ਜਾ ਕੇ ਉਹਦੀ ਮਿੰਨਤਾਂ ਕਰਨ ਲੱਗ ਪਿਆ, ਲੇਕਿਨ ਉਹ ਮਾਈ ਕੋਨਾ ਬੋਲੀ ਇਸ ਗੱਲ ਤੇ। ਉਹਨੇ ਆਖਿਆ ਨਾ ਮੈਨੂੰ ਨਵਾਂ ਹੀ ਕਿਚਨ ਚਾਹੀਦਾ, ਮੈਂ ਪੈਸੇ ਭਰੇ ਨੇ ਇਹਦੇ। ਕਹਿੰਦਾ ਮੈਨੂੰ ਤਾਂ ਉਲਟਾ ਨੁਕਸਾਨ ਹੋ ਰਿਹਾ ਸੀ। ਕਹਿੰਦਾ ਅੱਗੋਂ ਮਾਲਕ ਨੇ ਮੈਨੂੰ ਜਿਹੜਾ ਨਾ ਇੱਕ ਲੈਟਰ ਦਿੱਤਾ ਦਫ਼ਤਰ ਮੰਗਾ ਕੇ, ਉਹਨੇ ਆਖਿਆ ਕਿ ਤੇਰੇ ਕੋਲ 15 ਦਿਨ ਦਾ ਟਾਈਮ ਹੈ, 15 ਦਿਨ ਤੋਂ ਬਾਅਦ ਮੈਨੂੰ ਤੇਰੀ ਜ਼ਰੂਰਤ ਨਹੀਂ ਹੈ ਕੰਮ ਤੇ। ਕਹਿੰਦਾ ਮੈਂ ਉਹਦੇ ਮੂੰਹ ਵੱਲ ਤੱਕਣ ਲੱਗ ਪਿਆ, ਮੈਂ ਕਿਹਾ ਕਿ ਮੇਰੇ ਕੋਲੋਂ ਗਲਤੀ। ਉਹਨੇ ਆਖਿਆ ਕੋਈ ਗਲਤੀ ਨਹੀਂ ਹੋਈ, ਮੇਰੇ ਕੋਲ ਫਿਲਹਾਲ ਕੰਮ ਨਹੀਂ ਹੈ, ਜਿਸ ਵੇਲੇ ਕੰਮ ਹੋਵੇਗਾ ਫਿਰ ਮੈਂ ਤੈਨੂੰ ਬੁਲਾ ਲਾਂਗਾ। ਕਹਿੰਦਾ ਮੈਂ ਜਿਹੜਾ ਬੜਾ ਸ਼ਰਮਿੰਦਾ ਜਿਹਾ ਹੋ ਗਿਆ। ਕਹਿੰਦਾ ਬਹਰਹਾਲ ਮੈਂ ਕੋਸ਼ਿਸ਼ ਕੀਤੀ ਕਿ ਉਹਦੇ ਸਾਹਮਣੇ ਮੈਂ ਸੋਰੀ ਕਰਾਂ, ਕੁਝ ਕਰਾਂ, ਲੇਕਿਨ ਉਹ ਕਹਿੰਦਾ ਮੇਰੀ ਗੱਲ ਸੁਣ ਕੇ ਰਾਜ਼ੀ ਨਹੀਂ ਸੀ। ਕਹਿੰਦਾ ਉਹਨੇ ਲੈਟਰ ਫੜਾਇਆ, ਮੈਂ ਚੁੱਪ ਕਰਕੇ ਘਰ ਆ ਗਿਆ। ਕਹਿੰਦਾ ਘਰ ਆਇਆ, ਆ ਕੇ ਬੀਵੀ ਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੈਨੂੰ ਉਹਨੇ ਦਿੱਤਾ 15 ਦਿਨ ਦਾ ਟਾਈਮ, ਉਸ ਤੋਂ ਬਾਅਦ ਮੇਰੀ ਕੰਮ ਤੋਂ ਛੁੱਟੀ ਹੋ ਗਈ ਹੈ। ਬੇਗਮ ਕਹਿੰਦੀ ਹੈ ਕਿ ਤੁਸੀਂ ਕਿਹੜਾ ਕੰਮ ਕੀਤਾ, ਕਿਉਂ ਲਾਲਚ ਕੀਤੀ ਜੇ। ਬਹਰਹਾਲ ਕਹਿੰਦਾ ਮੈਂ ਤੇ ਲਾਲਚ ਕਰ ਬੈਠਿਆ ਸਾਂ, ਗਲਤੀ ਕਰ ਬੈਠਿਆ ਸਾਂ, ਹੁਣ ਮੈਨੂੰ ਪਤਾ ਸੀ ਕਿ ਮੈਨੂੰ ਇਹਦੀ ਸਜ਼ਾ ਲੱਭਣੀ ਹੈ। ਕਹਿੰਦਾ ਉਧਰੋਂ ਕੰਮ ਵੀ ਮੇਰਾ ਛੁੱਟ ਗਿਆ, ਉਹਨੇ ਗੱਡੀ ਵੀ ਵਾਪਸ ਲੈ ਲਈ। ਕਹਿੰਦਾ ਉਹਦੀ ਗੱਡੀ ਤੇ ਜਿਹੜਾ ਮੈਂ ਲੈ ਕੇ ਬੱਚੇ ਅੱਗੇ ਪਿੱਛੇ ਜਾਂਦਾ ਸਾਂ, ਪੈਟਰੋਲ ਉਹਦੀ ਤਰਫੋਂ ਮੈਂ ਪਵਾਉਂਦਾ ਸਾਂ। ਕਹਿੰਦਾ ਜਿਸ ਵੇਲੇ ਮੇਰਾ ਦਿਲ ਕਰਦਾ ਸੀ ਮੈਂ ਓਵਰ ਟਾਈਮ ਲਾ ਕੇ ਫਾਲਤੂ ਪੈਸੇ ਵੀ ਕਮਾਉਂਦਾ ਸਾਂ, ਲੇਕਿਨ ਸਾਰਾ ਕੁਝ ਜਿਹੜਾ ਕਹਿੰਦਾ ਮੇਰੇ ਹੱਥੋਂ ਨਿਕਲ ਗਿਆ ਸੀ। ਕਹਿੰਦਾ ਮਾਈ ਨੇ ਜਿਹੜਾ ਉਹ ਮੇਰੇ ਨਾਲ ਬਿੱਲ ਭੇਜਿਆ 4-5 ਵਾਰੀ, ਲੇਕਿਨ ਮੈਂ ਕੋਨਾ ਪੇ ਕੀਤੇ, ਮੇਰੇ ਕੋਲ ਹੋਣੇ ਸੀ ਤੇ ਮੈਂ ਪੇ ਕਰਨੇ ਸੀ। ਕਹਿੰਦਾ ਅੱਗੋਂ ਮੈਂ ਗੌਰਮੈਂਟ ਕੋਲ ਲੈ ਕੇ ਖਾਣ ਲੱਗ ਪਿਆ ਸਾਂ। ਉਹ ਮਾਈ ਜਿਹੜਾ ਕਹਿੰਦਾ ਉਹ ਅਦਾਲਤ ਟੁਰ ਗਈ, ਅਦਾਲਤ ਗਈ ਤੇ ਉਹਨੇ ਵਕੀਲ ਕਰ ਲਿਆ। ਕਹਿੰਦਾ ਜਿਸ ਵੇਲੇ ਉਹਨੇ ਵਕੀਲ ਕੀਤਾ ਤੇ ਮੈਨੂੰ ਜਿਹੜਾ ਉਹ ਉੱਥੇ ਅਦਾਲਤ ਪੇਸ਼ ਹੋਣਾ ਪਿਆ। ਕਹਿੰਦਾ ਉਹਨਾਂ ਨੇ ਮੈਨੂੰ ਆਖਿਆ ਕਿ ਤੂੰ ਪੈਸੇ ਪੇ ਕਰ। ਮੈਂ ਆਖਿਆ ਕਿ ਮੇਰੇ ਕੋਲ ਤੇ ਕੰਮ ਕੋ ਨਹੀਂ ਹੈ, ਇਹ ਮਾਈ ਜਾਣ ਬੁੱਝ ਕੇ ਕਰਦੀ ਹੈ ਵੀ। ਉਹਨਾਂ ਆਖਿਆ ਤੂੰ ਗਲਤ ਕੀਤਾ, ਤੈਨੂੰ ਪੈਸੇ ਦੇਣੇ ਪੈਣਗੇ। ਕਹਿੰਦਾ ਮੈਂ ਕਿਹਾ ਫਿਲਹਾਲ ਤੇ ਮੇਰੇ ਕੋਲ ਕੋ ਨਹੀਂ। ਕਹਿੰਦਾ ਅੱਗੋਂ ਅਦਾਲਤ ਚੰਗੀ ਸੀ, ਉਹਨਾਂ ਆਖਿਆ ਕਿ ਤੂੰ ਕਿਤਨੇ ਪੈਸੇ ਦੇ ਸਕਨੇ ਨੂੰ। ਕਹਿੰਦਾ ਮੈਂ ਦੱਸਿਆ ਕਿ ਮੈਂ ਜਿਹੜਾ ਪੈਸੇ ਕੋਈ ਨਹੀਂ ਤੇ ਮੈਂ 2-4 ਯੂਰੋ ਦੇ ਸਕਣਾ, ਇਹਦੇ ਤੋਂ ਜ਼ਿਆਦਾ ਨਹੀਂ ਦੇ ਸਕਦਾ ਕਿਉਂਕਿ ਮੇਰੀ ਫੈਮਿਲੀ ਵੀ ਇੱਥੇ ਹੈ, ਮੈਂ ਗੌਰਮੈਂਟ ਕੋਲ ਲੈ ਕੇ ਪਿਆ ਖਾਣਾ। ਕਹਿੰਦਾ ਅਦਾਲਤ ਨੇ ਆਖਿਆ ਠੀਕ ਹੈ, ਤੂੰ ਇਹਨੂੰ 5-5 ਯੂਰੋ ਹਰ ਮਹੀਨੇ ਦੇਣੇ ਕਰਨੇ ਨੇ, ਲਾਜ਼ਮੀ ਦੇਣੇ ਕਰਨੇ ਨੇ, ਅਗਰ ਤੂੰ ਮਿਸ ਕੀਤੇ ਤੇ ਅਸੀਂ ਤੈਨੂੰ ਜੁਰਮਾਨਾ ਕਰਾਂਗੇ। ਕਹਿੰਦਾ ਮੈਂ ਕਿਹਾ ਚਲੋ 5 ਯੂਰੋ ਦਾ ਕੋਈ ਨਹੀਂ। ਕਹਿੰਦਾ ਲੇਕਿਨ 5 ਯੂਰੋ ਮੈਂ ਲਗਾਤਾਰ ਦਿੰਦਾ ਰਿਹਾ, ਲੇਕਿਨ ਕਹਿੰਦਾ ਮੈਨੂੰ ਇੱਕ ਨਸੀਹਤ ਲੱਭੀ ਕਿ ਮੈਂ ਬਹੁਤ ਵੱਡੀ ਲਾਲਚ ਕੀਤੀ ਹੈ। ਚੁੱਪ ਕਰਕੇ ਕੰਮ ਲੱਗਿਆ ਸਾਂ, ਜ਼ਿਆਦਾ ਤੋਂ ਜ਼ਿਆਦਾ ਮੈਂ ਅਗਰ ਕੋਈ ਕੰਮ ਕਰਨਾ ਸੀ ਕਿਧਰੇ ਹੋਰ ਜਾ ਕੇ ਕਰਦਾ ਫੇਰ ਵੀ ਹੋਰ ਗੱਲ ਸੀ, ਲੇਕਿਨ ਜਿੱਥੇ ਮੈਂ ਕੰਮ ਲੱਗਿਆ ਸਾਂ ਉੱਥੇ ਹੀ ਮੈਂ ਕੰਮ ਕਰ ਦਿੱਤਾ। ਇਸ ਵਜ੍ਹਾ ਤੋਂ ਮਾਲਕ ਨੇ ਮੈਨੂੰ ਛੱਡ ਦਿੱਤਾ। ਕਹਿੰਦਾ ਮੈਂ ਤੇ ਬੜੀ ਸਜ਼ਾ ਕੱਟੀ ਹੈ ਇਹਦੀ, ਇਸ ਵਾਸਤੇ ਕਦੇ ਵੀ ਇਸ ਤਰ੍ਹਾਂ ਦੀ ਚਵਲ ਮਾਰਨ ਦੀ ਜ਼ਰੂਰਤ ਨਹੀਂ, ਕਿਉਂਕਿ ਮਾਰੋਗੇ ਤੇ ਬੜੀ ਵੱਡੀ ਸਜ਼ਾ ਮਿਲ ਸਕਦੀ ਹੈ। ਬਾਕੀ ਕੋਸ਼ਿਸ਼ ਕਰਿਆ ਕਰੋ, ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਸਿਹਤ ਅਤੇ ਸਭ ਕੁਝ ਹੈ।